ਤਖਤ ਚਬਰ ਛਤਰ ਦੇ ਮਾਲਕ, ਸ਼ਬਦ ਗੁਰੂ ਅਵਤਾਰ, ਗੁਰਗੱਦੀ ਤੇ ਬਿਰਾਜਮਾਨ, ਬਾਣੀ ਬੋਹਿਤ ਤਨ ਤਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਜੁਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਤ ਸੰਗ ਜੀਓ। ਆਓ ਜੋ ਆਪਾਂ ਚਿਰਾਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਜੀਵਨ ਦੀਆਂ ਕਥਾ ਕਹਾਣੀਆਂ ਵਿਚਾਰਾਂ ਕਰਦੇ ਸੁਣਦੇ ਆ ਰਹੇ ਹਾਂ। ਆਓ ਅੱਜ ਵੀ ਉਸੇ ਲੜੀ ਦਾ ਇੱਕ ਹਿੱਸਾ ਬਣ ਕੇ ਆਪਾਂ ਸਤਿਗੁਰਾਂ ਦੇ ਪਾਵਨ ਜੁਗ ਵਿੱਚੋਂ ਕੁਝ ਕੁ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ, ਤਾਂ ਕਿ ਆਇਆ ਸਾਡਾ ਸੰਸਾਰ ਤੇ ਸਫਲ ਹੋ ਜਾਵੇ। ਅੱਜ ਜੋ ਆਪਾਂ ਰਾਤ ਦਿਨ ਦੁੱਖਾਂ ਕਲੇਸ਼ਾਂ ਰੋਗਾਂ ਸੋਗਾਂ ਕਾੜਿਆਂ ਸਾੜਿਆਂ ਫਿਕਰਾਂ ਚਿੰਤਾ ਵਿੱਚ ਵਿਚਰ ਰਹੇ ਹਾਂ, ਭਾਵ ਸਹਾਰ ਰਹੇ ਹਾਂ। ਇਹਨਾਂ ਤੋਂ ਆਪਣਾ ਬਚਾਅ ਹੋ ਜਾਵੇ, ਜਮਾਂ ਦੀ ਮਾਰ ਤੋਂ ਵੀ ਬਚਾਅ ਹੋ ਜਾਵੇ। ਤਾਂ 83 ਲੱਖ ਜੋ ਗੰਦੀਆਂ ਮੰਦੀਆਂ ਟੇਢੀਆਂ ਮੇਢੀਆਂ ਦੁਨੀਆਂ ਨੇ, ਉਹਨਾਂ ਤੋਂ ਵੀ ਆਪਣਾ ਬਚਾਅ ਹੋ ਜਾਵੇ। ਆਪਾਂ ਰੋਜ਼ ਵਿਚਾਰ ਕਰਦੇ ਪਏ ਵੀ ਦੁੱਖਾਂ ਕਲੇਸ਼ਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਤੇ ਕਈਆਂ ਮਹੀਨਿਆਂ ਤੋਂ ਆਪਾਂ ਇਹੋ ਵਿਚਾਰ ਕਰਦੇ ਆ ਰਹੇ ਹਾਂ ਕਿ ਸਾਡੇ ਪਿਛਲੇ ਪੂਰਵਲੇ ਕਰਮਾਂ ਦੇ ਅਨੁਸਾਰ ਕਰੋੜਾਂ ਜਨਮਾਂ ਤੋਂ ਅਸੀਂ ਇਸ ਜੀਵਨ ਨੂੰ ਭੋਗਦੇ ਆ ਰਹੇ ਹਾਂ। ਇਹ ਜੀਵਨ ਭਾਵੇਂ ਕਿਸੇ ਜੂਨੀ ਦੇ ਰੂਪ ਵਿੱਚ ਸਾਨੂੰ ਮਿਲਿਆ ਹੋਵੇ, ਕਿਉਂਕਿ ਪਾਤਸ਼ਾਹ ਨੇ ਤਾਂ ਸਪਸ਼ਟ ਹੀ ਕਰ ਦਿੱਤਾ ਨਾ ਗੁਰਬਾਣੀ ਵਿੱਚ, ਸਾਡੇ ਲਿਖ ਕੇ ਸਾਡੇ ਸਾਹਮਣੇ ਰੱਖ ਦਿੱਤਾ ਵੀ ਲੈ ਪੜ੍ਹੀ ਜਾ ਤੇ ਯਾਦ ਕਰੀ ਜਾ ਸੱਜਣਾ, ਵੀ ਤੂੰ ਕਿਹੜੀਆਂ ਕਿਹੜੀਆਂ ਦੁਨੀਆਂ ਵਿੱਚੋਂ ਨਿਕਲ ਕੇ ਆਇਆ। ਇੱਕ ਵਾਰ ਦੀ ਗੱਲ ਨਹੀਂ ਕਰਦੇ ਪਾਤਸ਼ਾਹ ਸਾਡੇ ਨਾਲ ਵੀ ਤੂੰ ਇੱਕ ਵਾਰ ਪੱਥਰ ਬਣਿਆ, ਇੱਕ ਵਾਰ ਤੂੰ ਦਰਖਤ ਬਣਿਆ, ਇੱਕ ਵਾਰ ਸੱਪ ਬਿੱਛੂ ਬਣਿਆ ਤੂੰ, ਇੱਕ ਵਾਰ ਕੁੱਤਾ ਸੂਰ ਬਣਿਆ ਤੂੰ। ਇੱਕ ਵਾਰ ਦੀ ਸਾਡੇ ਨਾਲ ਗੱਲ ਨਹੀਂ ਕਰਦੇ ਪਾਤਸ਼ਾਹ। ਉਹ ਕਹਿੰਦੇ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ, ਇੱਕ ਇੱਕ ਜੂਨੀ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਜਨਮ ਅਸੀਂ ਲਾਏ, ਪਤਾ ਨਹੀਂ ਕਿੰਨੀ ਕੁ ਵਾਰ ਕੁੱਤਿਆਂ ਦੀ ਜੂਨੀ ਮਿਲੀ ਸਾਨੂੰ, ਪਤਾ ਨਹੀਂ ਕਿੰਨੀ ਕੁ ਵਾਰ ਸੂਰਾਂ ਦੀ ਜੂਨੀ ਸਾਨੂੰ ਮਿਲੀ, ਪਤਾ ਹੀ ਨਹੀਂ। ਤੇ ਪਤਾ ਨਹੀਂ ਕਿੰਨੀ ਕੁ ਵਾਰ ਸਾਨੂੰ ਕੁੱਤਿਆਂ ਬਿੱਲਿਆਂ ਦੀ ਜੂਨੀ ਮਿਲੀ। ਪਰ ਕਹਿੰਦੇ ਗਿਣਤੀ ਕੋਈ ਨਹੀਂ ਸੀ। ਅਸੀਂ ਕਹੀ ਵੀ ਸ਼ਾਇਦ ਅੱਜ 83 ਦਾ ਗੇੜਾ ਮੁੱਕ ਗਿਆ ਤੇ ਖਤਮ ਹੋ ਗਈ ਗੱਲ। ਗੱਲ 84 ਦੇ ਗੇੜੇ ਤੇ ਆਣ ਕੇ ਮੁੱਕਦੇ ਨਹੀਂ ਪਿਆਰਿਓ, ਕਿਉਂਕਿ ਜਿਉਂ ਇਹ ਜੀਵਨ ਸੰਸਾਰ ਤੇ ਮਿਲਿਆ ਜੀਵ ਨੂੰ, ਉਹਨੂੰ ਅੱਜ ਤੱਕ ਕੋਈ ਦੱਸ ਸਕਿਆ ਨਹੀਂ ਵੀ ਇਹ ਸੰਸਾਰ ਹੋਂਦ ਵਿੱਚ ਕਦੋਂ ਆਇਆ, ਕਿਸੇ ਨੇ ਕੋਈ ਪਤਾ ਨਹੀਂ। ਪਾਤਸ਼ਾਹ ਨੇ ਤੇ ਉਸ ਟਾਈਮ ਦੇ ਜਿਹੜੇ ਮੁੱਖ ਫਿਰਕੇ ਸੀਗੇ, ਮੁੱਖ ਆਗੂ ਸੀਗੇ, ਜਿਹੜੇ ਅਸੀਂ ਨੂੰ ਧਰਮ ਕਹਿ ਲਈਏ ਭਾਵੇਂ,
ਜੋ ਮਰਜ਼ੀ ਨੂੰ ਕਹੀਏ। ਉਹ ਕਹਿੰਦੇ ਥਿਤ ਵਾਰ ਦਾ ਜੋਗੀ ਜਾਣੇ। ਇਹ ਤੋਂ ਥੋੜਾ ਪਿੱਛੇ ਹੋਰ ਝਾਤ ਮਾਰੀਏ। ਉਹ ਕਹਿੰਦੇ ਜੇਕਰ ਬ੍ਰਹਮਾ ਨੂੰ ਪਤਾ ਹੁੰਦਾ ਵੀ ਇਹ ਸੰਸਾਰ ਕਦੋਂ ਪੈਦਾ ਹੋਇਆ, ਤੇ ਬ੍ਰਹਮਾ ਨੇ ਜ਼ਰੂਰ ਵੇਦਾਂ ਵਿੱਚ ਲਿਖ ਦੇਣਾ ਸੀ ਵੀ ਸੰਸਾਰ ਤੋਂ ਇਸ ਟਾਈਮ ਸ਼ੁਰੂ ਹੋਇਆ ਸੰਸਾਰ, ਆ ਹੋਂਦ ਹੈ ਉਸ ਸੰਸਾਰ ਦੀ। ਹੁਣ ਵੇਦਾਂ ਤੋਂ ਅੱਗੇ ਰਿਸ਼ੀ ਮੁਨੀ ਆ ਗਏ ਜਿਨ੍ਹਾਂ ਨੇ 6 ਸ਼ਾਸਤਰ ਲਿਖੇ, 18 ਪੁਰਾਣ ਲਿਖੇ, 27 ਸਿਮਰਤੀਆਂ ਲਿਖੀਆਂ। ਕਹਿੰਦੇ ਜੇ ਉਹਨਾਂ ਨੂੰ ਪਤਾ ਹੁੰਦਾ ਤੇ ਉਹ ਦੱਸ ਦਿੰਦੇ। ਆਖਰ ਸਾਡੇ ਸਾਹਮਣੇ ਤਾਂ ਸਬੂਤ ਤੇ ਸਾਨੂੰ ਇਹ ਧਾਰਮਿਕ ਮਾਰਗ ਤੇ ਧਾਰਮਿਕ ਗ੍ਰੰਥੀ ਹਨ ਸਾਡੇ ਗਵਾਹ। ਤਾਂ ਇਹ ਤੋਂ ਵੱਡੀ ਬਾਤ ਕਿਤੋਂ ਮਿਲ ਨਹੀਂ ਸਕਦੀ। ਨਾ ਹੀ ਤੋਂ ਬਾਹਰ ਸਾਨੂੰ ਕੋਈ ਗਿਆਨ ਕਿਤੇ ਆ ਸਕਦਾ। ਆਖਰ ਗਿਆਨ ਸਾਨੂੰ ਧਰਮ ਦਾ ਧਰਮ ਗ੍ਰੰਥਾਂ ਵਿੱਚੋਂ ਗਿਆਨ ਆਊਗਾ ਨਾ। ਇਹ ਧਰਮ ਦੀ ਤੇ ਗੱਲ ਹੈ ਕਿ ਸੰਸਾਰ ਕਦੋਂ ਹੋਂਦ ਵਿੱਚ ਆਇਆ। ਪਾਤਸ਼ਾਹ ਕਹਿੰਦੇ ਜੇ ਪਤਾ ਹੁੰਦਾ ਵੀ ਸੰਸਾਰ ਇਸ ਟਾਈਮ ਤੋਂ ਸ਼ੁਰੂ ਹੋਇਆ ਹੈ ਤੇ ਬ੍ਰਹਮਾ ਦੱਸ ਦਿੰਦਾ, ਰਿਸ਼ੀ ਮੁਨੀ ਦੱਸ ਦਿੰਦੇ। ਅੱਗੇ ਥੋੜਾ ਚਲੀਏ। ਇਸਲਾਮ ਧਰਮ ਇੱਥੋਂ ਹੀ ਪੈਦਾ ਹੋਇਆ, ਇਸੇ ਸੰਸਾਰ ਵਿੱਚੋਂ ਇਸਲਾਮ ਧਰਮ ਪੈਦਾ ਹੋਇਆ। ਉਹਦਾ ਇਸਲਾਮ ਧਰਮ ਦਾ ਜਿਹੜਾ ਬਾਨੀ ਸੀ ਮੁਹੰਮਦ ਸਾਹਿਬ, ਉਹਨੇ ਦਾਅਵਾ ਕੀਤਾ ਕਿ ਮੈਂ ਰੱਬ ਦਾ ਪੁੱਤਰ ਹਾਂ, ਮੈਂ ਰੱਬ ਦਾ ਪੁੱਤਰ ਹਾਂ। ਪੁੱਤਰ ਨੂੰ ਤਾਂ ਹੋ ਸਕਦਾ, ਪਤਾ ਹੋ ਸਕਦਾ ਨਾ ਮੇਰੇ ਬਾਪ ਨੇ ਕੀ ਕੀ ਕੰਮ ਕੀਤਾ। ਸਾਦੀ ਜੀ ਗੱਲ ਹੈ ਨਾ। ਪੁੱਤਰ ਇਹ ਦੱਸਦਾ ਕਿ ਮੇਰੇ ਹੁੰਦਿਆਂ ਬਾਪ ਨੇ ਆਹ ਕਰਮ ਕੀਤੇ ਆ, ਪਰ ਪੈਦਾ ਹੋਣ ਤੋਂ ਪਹਿਲਾਂ ਜਦੋਂ ਬਾਪ ਦੇ ਘਰੇ ਪੈਦਾ ਨਹੀਂ ਸੀ ਹੋਇਆ, ਉਦੋਂ ਕਿਹੜੇ ਕਰਮ ਕੀਤੇ ਹੋ ਕਿ ਪੁੱਤਰ ਦੱਸ ਸਕਦਾ ਹੈ? ਨਹੀਂ ਦੱਸ ਸਕਦਾ, ਬਿਲਕੁਲ ਨਹੀਂ ਦੱਸ ਸਕਦਾ। ਜੇ ਮੁਹੰਮਦ ਸਾਹਿਬ ਸੰਸਾਰ ਦੇ ਪੁੱਤਰ ਬਣ ਕੇ ਮੰਨ ਲਓ ਕਿ ਆ ਗਏ ਹੋ, ਰੱਬ ਨਾਲ ਇੱਕ ਸਲਾਹ ਹੋ ਗਈ ਉਹਦੀ, ਕਿਉਂਕਿ ਪੁੱਤਰ ਬਾਪ ਅਤੇ ਪੁੱਤਰ ਦੀ ਸਲਾਹ ਹੁੰਦੀ ਹੈ ਨਾ। ਇਹ ਗੱਲ ਵੱਖਰੀ ਹੈ, ਕਿਤੇ ਕਿਤੇ ਨਹੀਂ ਵੀ ਹੁੰਦੀ, ਇਹ ਕੋਈ ਜ਼ਰੂਰੀ ਨਹੀਂ, ਪਰ ਆਮ ਤੌਰ ਤੇ ਹੁੰਦੀ ਹੈ ਨਾ। ਪਿਤਾ ਪੁੱਤਰ ਮਿੱਤਰਾਂ ਦੀ ਤਰ੍ਹਾਂ ਹੁੰਦੇ। ਚਲੋ ਕਿਤੇ ਨਾ ਹੋਣਗੇ ਉਹ ਗੱਲ ਵੱਖਰੀ ਹੈ। ਕੋਈ ਬਿਰਦਾ ਮੰਨ ਪਿਤਾ ਦੇ ਜੀਵਨ ਨੂੰ ਪੁੱਤਰ ਬਿਲਕੁਲ ਚੰਗੀ ਤਰ੍ਹਾਂ ਨੇੜੇ ਹੋ ਕੇ ਦੇਖਦਾ, ਕਿਉਂਕਿ 24 ਘੰਟੇ ਦਾ ਰਹਿੰਦਾ। ਪਰ ਜਦੋਂ ਪੁੱਤਰ ਪੈਦਾ ਨਹੀਂ ਸੀ ਹੋਇਆ, ਬਾਤ ਉਦੋਂ ਵੀ ਸੀ ਨਾ, ਉਦੋਂ ਨੇ ਕਿਹੜੇ ਕਰਮ ਕੀਤੇ ਉਹਨੂੰ ਤਾਂ ਨਹੀਂ ਨਾ ਦੱਸ ਸਕਦਾ ਪੁੱਤਰ। ਤੇ ਜੇ ਮੁਹੰਮਦ ਸਾਹਿਬ ਨੂੰ ਪਤਾ ਹੁੰਦਾ ਵੀ ਸੰਸਾਰ ਇਸ ਦਿਨ ਹੋਂਦ ਵਿੱਚ ਆਇਆ, ਤਾਂ ਉਹਨੇ ਜ਼ਰੂਰ ਲਿਖ ਦੇਣਾ ਸੀ ਕੁਰਾਨ ਦੇ ਵਿੱਚ। ਈਸਾ ਮਸੀਹ ਨੂੰ ਪਤਾ ਹੁੰਦਾ, ਉਹਨੇ ਵੀ ਪੁੱਤਰ ਹੋਣ ਦਾ ਦਾਅਵਾ ਕੀਤਾ। ਉਹ ਵੀ ਆਪਣੀ ਬਾਈਬਲ ਵਿੱਚ ਲਿਖ ਦਿੰਦੇ। ਈਸਾ ਨੂੰ ਪਤਾ ਹੁੰਦਾ, ਉਹ ਵੀ ਆਪਣੇ ਧਰਮ ਗ੍ਰੰਥ ਵਿੱਚ ਲਿਖ ਦਿੰਦੇ। ਕਲਯੁਗ ਵਿੱਚ ਬੁੱਧ ਅਵਤਾਰ ਹੋਇਆ ਹੈ। ਜੇ
ਉੱਥੋਂ ਤੱਕ ਪਹੁੰਚਿਆ ਹੁੰਦਾ ਬੁੱਧ ਅਵਤਾਰ ਵੀ, ਤਾਂ ਇਹ ਆਪਣੇ ਗ੍ਰੰਥ ਵਿੱਚ ਲਿਖ ਦਿੰਦਾ। ਬਹੁਤ ਬਹੁਤ ਲੰਬੀਆਂ ਸਮਾਧੀਆਂ ਵਾਲੇ ਉਹ ਸਭ ਤੋਂ ਵੱਡੀ ਸਮਾਧੀ ਅਸੀਂ ਇਹ ਵੀ ਮੰਨਿਆ ਨਾ ਸੰਸਾਰ ਦੇ ਕਿ ਸਮਾਧੀ ਨਾਲ ਗਿਆਨ ਪੈਦਾ ਹੁੰਦਾ, ਕੋਈ ਸ਼ੱਕ ਨਹੀਂ। ਸਮਾਧੀ ਕੀ ਆ ਕਿ ਉਸ ਮਾਲਕ ਦੇ ਨਾਲ ਜੁੜਨਾ, ਉਹਦਾ ਨਾਮ ਸਮਾਧੀ। ਹੁਣ ਸਭ ਤੋਂ ਦੁਨੀਆ ਪੈਦਾ ਹੋਈ, ਪਤਾ ਨਹੀਂ ਕਿੰਨੇ ਕੁ ਧਿਆਨ ਲਾਉਣ ਵਾਲੇ ਸੰਸਾਰ ਵਿੱਚ ਪੈਦਾ ਹੋਏ, ਪਰ ਜਦੋਂ ਦੇ ਯੁੱਗ ਚੱਲਿਆ, ਇਹ ਚੌਕੜੀ ਚੱਲੀ ਯੁੱਗਾਂ ਦੀ, ਸਤਿਯੁਗ ਤੋਂ। ਪਤਾ ਨਹੀਂ ਪਿੱਛੇ ਕਿੰਨੀਆਂ ਕੁ ਚੌਕੜੀਆਂ ਬਦਲ ਗਈਆਂ, ਇਹ ਤਾਂ ਕੋਈ ਪਤਾ ਨਹੀਂ ਨਾ ਵੀ ਇਹ 4 ਯੁੱਗਾਂ ਵਾਲੀ ਚੌਕੜੀ ਜਿਹੜੀ ਪਤਾ ਨਹੀਂ ਕਿੰਨੀ ਵਾਰ ਪਹਿਲਾਂ ਬਦਲ ਚੁੱਕੀ। ਪਰ ਇਸ ਚੌਕੜੀ ਵਿੱਚ ਸਭ ਤੋਂ ਵੱਡਾ ਧਿਆਨ ਵਾਲਾ ਹੋਇਆ, ਲੰਬੀ ਸਮਾਧੀ ਵਾਲਾ ਤੇ ਸ਼ਿਵ ਭਗਵਾਨ ਹੋਇਆ। ਪਰ ਕਹਿੰਦੇ ਜੇ ਜੋਗੀ ਹੋਇਆ, ਜੁੜਿਆ ਹੋਇਆ ਸੀ, ਜੋਗੀ ਤੋਂ ਭਾਵ ਦਾ ਜੁੜਿਆ ਹੋਇਆ, ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਿਆ ਰਹਿੰਦਾ ਸੀ, ਹਰ ਟਾਈਮ ਜੁੜਿਆ ਰਹਿੰਦਾ ਸੀ। ਉਹਨੂੰ ਪਤਾ ਹੁੰਦਾ ਤੇ ਉਹ ਜ਼ਰੂਰ ਦਾ ਹੁੰਦਾ। ਭਾਸ਼ਾ ਇੱਥੇ ਤਵਾਰ ਨਾ ਜੋਗੀ ਜਾਣੇ, ਰੁੱਤ ਮਾਨ ਨਾ ਕੋਈ, ਜਾ ਕਰਤਾ ਸੇਠੀ ਕੋ ਸਾਜੇ, ਆਪੇ ਜਾਣੇ ਸੋਈ। ਕਹਿੰਦੇ ਕਿਸੇ ਨੂੰ ਕੋਈ ਪਤਾ ਨਹੀਂ ਥਿਤ ਵਾਰ ਕਿਹੜੀ ਸਥਿਤ ਸੀ, ਕਿਹੜਾ ਵਾਰ ਸੀ, ਕਿਹੜਾ ਸਮਾਂ ਸੀ ਜਦੋਂ ਇਸ ਸੰਸਾਰ ਹੋਂਦ ਵਿੱਚ ਆਇਆ। ਤਾਂ ਆਪਾਂ ਗੱਲ ਕਈਆਂ ਮਤਲਬ ਜਨਮਾਂ ਦੀ ਗੱਲ ਕਰ ਰਹੇ ਹਾਂ। ਇੱਕ ਵਾਰ ਅਸੀਂ ਇੱਕ ਜਨਮ ਵਿੱਚ ਨਹੀਂ ਆਏ, ਇੱਕ ਜਨਮ ਵਿੱਚ ਅਸੀਂ ਕਰੋੜਾਂ ਵਾਰ ਅਸੀਂ ਇੱਕ ਜਨਮ ਵਿੱਚ ਆਏ। ਜਿਸ ਤਰ੍ਹਾਂ ਧਰਤੀ ਨੇ ਕਿਹਾ ਸੀ ਨਾ, ਕਰਨ ਤੇ ਜਦੋਂ ਖੁਸ਼ ਹੋ ਗਿਆ ਭਗਵਾਨ ਕ੍ਰਿਸ਼ਨ, ਤੇ ਕਰਨ ਨੂੰ ਕਹਿਣ ਲੱਗਾ ਮੰਗ ਕੀ ਮੰਗਦਾ ਹੈ, ਮੈਂ ਤੇ ਖੁਸ਼ ਹਾਂ। ਉਹ ਕਹਿੰਦੇ ਜੇ ਤੂੰ ਮੇਰੇ ਤੇ ਖੁਸ਼ ਹਾਂ ਤੇ ਮੇਰਾ ਸੰਸਕਾਰ ਜਿਹੜਾ ਹੈ ਨਾ, ਅੰਤਮ ਸੰਸਕਾਰ ਜਿਹੜਾ ਮੇਰਾ, ਉਹ ਪਵਿੱਤਰ ਜਗ੍ਹਾ ਤੇ ਕਰ ਦੇ। ਹੁਣ ਭਗਵਾਨ ਕ੍ਰਿਸ਼ਨ ਨੇ ਮੰਨ ਲਿਆ। ਪਿਆਰਿਓ, ਸੰਸਾਰ ਵਿੱਚ ਕੋਈ ਵੀ ਆਇਆ, ਉਹ ਕਿਤੇ ਨਾ ਕਿਤੇ ਭੁੱਲਿਆ, ਪੁੱਲ ਦੇ ਨਾਲ ਵਚਨ ਦੇ ਦਿੱਤਾ, ਬਈ ਠੀਕ ਆ, ਪਵਿੱਤਰ ਜਗ੍ਹਾ ਤੇ ਤੇਰਾ ਮੈਂ ਅੰਤਮ ਸੰਸਕਾਰ ਕਰ ਦੂੰਗਾ। ਹਰਿਦੁਆਰ ਦੀ ਧਰਤੀ ਚੁਣੀ, ਬਈ ਦੁਨੀਆ ਦਾ ਪਵਿੱਤਰ ਸਥਾਨ ਹਰਿਦੁਆਰ ਹੈ। ਹਰਿਦੁਆਰ ਦੀ ਧਰਤੀ ਨੇ ਪਤਾ ਕੀ ਬੋਲਿਆ ਸੀ? ਉਹ ਕਹਿਣ ਲੱਗੇ ਕ੍ਰਿਸ਼ਨ ਠੀਕ ਤੂੰ ਅਵਤਾਰ ਹੈ, ਤੂੰ ਵਾਅਦਾ ਕਰਕੇ ਆ ਗਿਆ ਕਰਨ ਦੇ ਨਾਲ ਵੀ ਮੈਂ ਪਵਿੱਤਰ ਧਰਤੀ ਤੇ ਤੇਰਾ ਅੰਤਮ ਸੰਸਕਾਰ ਕਰ ਦੂੰਗਾ। ਇੱਕ ਗੱਲ ਯਾਦ ਰੱਖੀ, ਤੇਰੇ ਵਰਗੇ ਕ੍ਰਿਸ਼ਨ ਕਰੋੜਾਂ ਇੱਕ ਥਾਂ ਤੇ ਜਿਹੜੇ ਉਹ ਅੰਤਮ ਸੰਸਕਾਰ ਹੋਇਆ ਉਹਨਾਂ ਦਾ ਪਤਾ ਨਹੀਂ ਕਿੰਨੀ ਵਾਰ ਇੱਕ ਜਗ੍ਹਾ ਤੇ ਤੇਰੇ ਵਰਗੇ ਕ੍ਰਿਸ਼ਨ ਦਾ ਅਵਤਾਰ ਹੋਇਆ, ਸੰਸਕਾਰ ਹੋਇਆ। ਜੇ ਤੂੰ ਧਰਤੀ ਲੱਭਣ ਲੱਗ ਜਾਵੇਂ ਸਾਰੇ ਸੰਸਾਰ ਦੀ, ਤੈਨੂੰ 1 ਇੰਚ ਜਗ੍ਹਾ ਨਹੀਂ ਕਿਤੇ ਮਿਲਣੀ, 1 ਇੰਚ ਜਗ੍ਹਾ ਜਿਹੜੀ ਪਵਿੱਤਰ ਹੋਵੇ। ਸਭ ਦੇ ਬੜੇ ਬੜੇ ਅਵਤਾਰ, ਪੀਰ, ਔਲੀਏ, ਬੜੀਆਂ ਸ਼ਕਤੀਆਂ ਵਾਲੇ
एक एक जगह ते करोड़ा करोड़ा वार सड़े दफनाए गए ने। किथे लभदा फिरदा धरती। इस वास्ते पता नहीं सानू किन्ने जन्म हो गए। पातशाह कहते इन्ने जन्मां दी लगी हुई मैल साडे कीते कर्मां दी लैनी तो बहुत औखी है। लैनी बहुत औखी है। मन साहब वो करना बहुत औखा है। उदाहरण भी देती पातशाह ने सानू, क्योंकि दुखों का कारण असी पापां दी मैल मन्निया। असी नहीं मन्निया कला, वेदां शास्त्रां ने मन्निया, धार्मिक ग्रंथां ने मन्निया, धार्मिक आगुआं ने, ऋषियां मुनियां अवतारां पैगंबरां ने मन्निया भी संसार जिहड़ा दुख भोग रहा है ये अपने कीते कर्मां अनुसार भोग रहा है। वो कीते कर्म पता नहीं किहड़े जन्मां दे कदों अगे आ जाण। कुछ तो कर्म प्यारो असीं नाल दे नाल भोग जांदे हां। कई भोगण वाले साडे कर्म रह जाते हैं। साडे श्वासां की पूंजी खत्म हो जाती है, वो फिर बकाया रह जाते। जिदा धृतराष्ट्र नूं थोड़ा जिहा पिछे का ध्यान मार दिए। भगवान कृष्ण वेले ही जदों 100 पुत्र दा मर गया जंग विच, आप जन्म तो अंधा सी। पहला आप जन्म तो अंधा से उदों परवाह नहीं की, क्योंकि राज सी कोल, राज का नशा सी, राज का अहंकार सी, धन दौलत का अहंकार सी। तो पता पा गुरु नानक साहब की कहते समझा, जिन्हों की से कथा कहानी करते हैं ना, विचारा करते जिन्हों के जन्म दियाँ कथा कहानियां आप करते हैं जीवन दियाँ, धन गुरु नानक साहब दे, उन्होंने पता की किया कहते माया धारी अत अन्ना बोला, माया धारी अत अन्ना बोला, शब्द ना सुनी बहु रूल घचोला। कहते जिहड़ा माया धारी ना वो अन्ना है। वो तो चल अखां करके दृष्टांत अन्ना सी, पर राज का नशा जिहड़ा ना वो भी अन्ना कर दिंदा है। कई बार ज्यादा बंदा नशे में धुत हो जाए, जिस तरह सुक्का पीते ना कई, तो मन कर दो दिन उन्हें सुरत ना आवे, उन्हें कोल मां आवे, प्यो आवे, भैन आवे, भरा आवे, कोई पता नहीं उन्हें। अखा तो है ना, एक नशे नाल धोतिया हुई अखा हैगियां ने, उस को भैन भरा रिश्तेदार संबंधी कोल खड़े ने, नहीं दिसते। नशा अखां की जोत बंद कर दिंदा है, अखां भावें खुलियां हो। पातशाह कहते अत अन्ना, जिहदी कोई नाप तोल नहीं। हुण आपां गल कीती भी सुखा मन लो पीता दरियावी तौर पर, सुखा दिमाग में चढ़ गया, उन्होंने आपां कहते नशे में धुत होया है। ਉਹਦੇ लागे ਜਿਹੜਾ नज़दीकी तो नज़दीकी रिश्ता मां प्यो भैन भरा धीआं पुत्तरां दा हुंदा ना, वो कोल खड़े बाजा मारी जान, हिलाई जान। अखा तो है, शरीर है, सब कुछ है, नहीं पता लगता। जदों होश विच आऊगा जागूगा तां ही उहनूं पता लगूगा मेरी मां है, भैन है, धी है। ਉਹਦਾ कोई पता नहीं। एक तो माया विच अन्ना है,
ਹੁਣ ਉਹਦੇ ਵਿੱਚ ਆਪਾਂ ਨਹੀਂ ਆਉਂਦੇ ਪਿਆਰੇ। ਮੰਨ ਲਓ ਕਿ ਮੇਰੇ ਕੋਲ 200 ਕਿੱਲਾ ਜ਼ਮੀਨ ਦਾ ਹੈ, ਅਰਬਾਂ ਖਰਬਾਂ ਮੇਰੇ ਕੋਲ ਰੁਪਈਏ, ਉਸ ਸਟੇਜ ਵਿੱਚ ਅਸੀਂ ਵੀ ਨਹੀਂ ਆਉਂਦੇ, ਇੰਨਾ ਵੱਡਾ ਮੇਲ ਵੀ ਨਹੀਂ ਆਉਂਦਾ ਉਸ ਮਾਇਆਧਾਰੀ ਵਿੱਚ। ਪਰ ਅਸੀਂ ਤੇ ਥੋੜੀ ਜਿਹੀ ਨਾਲ ਹੀ ਆਪੜ ਜਾਂਦੇ ਹਾਂ, ਅਸੀਂ ਤੇ ਥੋੜੀ ਜਿਹੀ ਨਾਲ ਹੀ ਸਾਨੂੰ ਪ੍ਰੇਮਾ ਹੋ ਜਾਂਦਾ ਹੈ, ਥੋੜੀ ਜਿਹੀ ਮਾਇਆ ਵੀ ਆ ਗਈ ਤਾਂ। ਇੱਕ ਤਾਂ ਮਾਇਆ ਕਰਕੇ ਸੱਚ ਜਾਣਿਓ, ਜਿਹਨੂੰ ਮਾਇਆ ਦੀ ਭੁੱਖ ਆ ਉਹ ਵੀ ਇੰਨਾ ਹੈ, ਉਹ ਵੀ ਮਾਇਆ ਦੇ ਸੁਪਨੇ ਲੈ ਰਿਹਾ, ਉਹ ਮਾਇਆ ਹੀ ਦੇਖੀ ਜਾ ਰਿਹਾ ਹੈ। ਹਾਲਾਂਕਿ ਉਹਦੇ ਕੋਲ ਹੈ ਨਹੀਂ, ਉਹਦੇ ਕੋਲ ਹੈ ਨਹੀਂ, ਪਰ ਅੰਦਰ ਮਾਇਆ ਦਾ ਇੰਨਾ ਕੁ ਮੋਹ ਹੋ ਗਿਆ, ਉਹਨੂੰ ਵੀ ਹੁਣ ਧਰਮ ਨਹੀਂ ਦੀਦਾ, ਉਹਨੂੰ ਵੀ ਗੁਰੂ ਨਹੀਂ ਦੀਦਾ। ਕਿਉਂ? ਉਹਨੂੰ ਤੇ ਫਿਕਰ ਹੀ ਬਣਿਆ ਰਹਿੰਦਾ ਕਿ ਮੈਂ ਰੋਜੀ ਰੋਟੀ ਕਿਵੇਂ ਕਮਾਉਣੀ, ਉਹਦੇ ਮਾਇਆ ਦੇ ਸੁਪਨੇ ਲਈ ਜਾ ਰਹੇ, ਉਹ ਕਿੱਥੇ ਸੁਣ ਸਕਦਾ ਰੱਬ ਦਾ ਨਾਮ? ਉਹ ਵੀ ਬੋਲਾ ਜਿਹੜਾ ਮਾਇਆ ਧਾਰੀ ਆ, ਬਹੁਤ ਵੱਡਾ ਅਮੀਰ ਆ, ਪਛਦੇ ਉਹ ਤਾਂ ਹੈ ਹੀ। ਉਹਨਾਂ ਵਿੱਚ ਆਮ ਤੌਰ ਤੇ ਵੱਡੇ ਵੱਡੇ ਜਿਹੜੇ ਬਿਜ਼ਨਸਮੈਨ ਨੇ, ਬਿਰਦੇ ਟਾਟਾ ਵਰਗੇ, ਇਹੋ ਜਿਹੇ ਆਉਂਦੇ ਉਹਨਾਂ ਵਿੱਚ ਪਿਆਰੋ, ਉਹਨਾਂ ਮਾਇਆ ਧਾਰੀਆਂ ਵਿੱਚ। ਰਾਜੇ ਮਹਾਰਾਜੇ ਆਉਂਦੇ, ਅੱਜ ਵੀ ਤੁਸੀਂ ਦੇਖਦੇ ਹੋਗੇ, ਅਰਬਾਂ ਖਰਬਾਂ ਰੁਪਈਏ ਮੰਤਰੀਆਂ ਦੇ ਘਰਾਂ ਵਿੱਚੋਂ ਨਿਕਲਦੇ ਆ, ਅੱਜ ਵੀ ਤੁਸੀਂ ਦੇਖਦੇ ਜੀ। ਉਹਨਾਂ ਨੂੰ ਦਿਸਿਆ ਵੀ ਅਸੀਂ ਕਿਸੇ ਦਾ ਹੱਕ ਖਾ ਰਹੇ ਹਾਂ, ਦਿਸਿਆ ਉਹਨਾਂ ਨੂੰ, ਦਿਸਿਆ ਅਸੀਂ ਗਰੀਬਾਂ ਦਾ ਖੂਨ ਨਿਚੋੜ ਰਹੇ ਹਾਂ, ਮਾਨਵਤਾ ਦਾ ਖੂਨ ਨਿਚੋੜ ਕੇ ਪੀ ਰਹੇ ਹਾਂ, ਇਕੱਠਾ ਕਰ ਰਹੇ ਹਾਂ। ਬਿਲਕੁਲ ਉਹਨਾਂ ਸੋਚਿਆ ਨਹੀਂ, ਜੇ ਸੋਚਿਆ ਹੁੰਦਾ ਤੇ ਇਹਨੇ ਦੇ ਢੇਰ ਭੰਡਾਰ ਨੇ ਮਾਇਆ ਦੇ ਨਹੀਂ ਸੀ ਮਿਲਦੇ। ਖੈਰ ਆਪਾਂ ਆਪਣੇ ਵਿਸ਼ੇ ਤੇ ਆਈਏ। ਜਦੋਂ ਰਾਜ ਕੋਲ ਸੀ ਤੇ ਰਾਜ ਵਿੱਚ ਅੰਨਾ ਸੀਗਾ, ਅੱਖਾਂ ਕਰਕੇ ਵੀ ਅੰਨਾ ਸੀ, ਰਾਜ ਕਰਕੇ, ਰਾਜ ਦੇ ਨਸ਼ੇ ਕਰਕੇ ਵੀ ਅੰਨਾ ਸੀ ਤ੍ਰਿਸ਼ਟਰਾਜ। ਉਦੋਂ ਨਹੀਂ ਪੁੱਛਿਆ ਵੀ ਭਗਵਾਨ ਜੀ ਮੈਂ ਅੰਨਾ ਕਿਉਂ ਹੈ, ਉਦੋਂ ਨਹੀਂ ਪੁੱਛਿਆ। ਹੁਣ ਜਦੋਂ ਗਹਿਰੀ ਚੋਟ ਲੱਗੀ, ਜਦੋਂ ਗਹਿਰੀ ਤਨ ਤੇ ਮਨ ਨੂੰ ਦੋਨਾਂ ਨੂੰ ਚੋਟ ਲੱਗੀ, 100 ਪੁੱਤਰ ਮਰ ਗਿਆ, ਸੁਣ ਲਿਆ ਕੰਨਾਂ ਦੇ ਨਾਲ ਵੀ 100 ਪੁੱਤਰ ਜਿਹੜਾ ਉਹ ਮੇਰਾ ਮਰ ਗਿਆ। ਫਿਰ ਚੋਟ ਲੱਗੀ, ਫਿਰ ਪੁੱਛਿਆ ਭਗਵਾਨ ਕ੍ਰਿਸ਼ਨ ਜੀ ਨੂੰ, ਕਹਿਣ ਲੱਗਾ ਭਗਵਾਨ ਮੈਂ ਜਨਮ ਤੋਂ ਕਿਉਂ ਅੰਨਾ ਹੋਇਆ? ਮੈਂ ਜੀਂਦਾ, ਮੇਰਾ 100 ਪੁੱਤਰ ਜੰਗ ਵਿੱਚ ਮਰ ਗਿਆ ਹੈ, ਕਿਹੜੇ ਕਰਮ ਜਨਮ ਦਾ ਮੇਰਾ ਪਾਪ ਹੈ? ਭਗਵਾਨ ਕ੍ਰਿਸ਼ਨ ਕਹਿਣ ਲੱਗੇ ਹੈ ਤੇਰੇ ਕਰਮਾਂ ਦਾ ਫਲ ਹੈ, ਆਪਣੇ ਪਿਛਲੇ ਜਨਮਾਂ ਵੱਲ ਦੇਖ, ਝਾਤੀ ਮਾਰ ਕੇ। ਉਦੋਂ ਤ੍ਰਿਸ਼ਟਰਾਜ ਨੇ 100 ਜਨਮ ਆਪਣਾ ਪਿਛਲਾ ਦੇਖਿਆ ਸੀ, ਕਿਉਂਕਿ ਤਪ ਤੋਂ ਬਗੈਰ ਪਹਿਲੋਂ ਰਾਜ ਨਹੀਂ ਮਿਲਦਾ, ਤਪ ਤੋਂ ਬਗੈਰ ਰਾਜ ਨਹੀਂ ਮਿਲਦਾ, ਤੇ ਤਪ ਤੋਂ ਬਗੈਰ ਗਿਆਨ ਨਹੀਂ ਮਿਲਦਾ, ਭਾਵੇਂ ਉਹ ਰਾਜਾ ਸੀ ਭਾਵੇਂ ਕੋਈ ਵੀ ਸੀ। 100 ਜਨਮ ਪਿੱਛੇ ਲਗਾ ਗਈ, ਕੋਈ ਪਾਪ ਸਾਹਮਣੇ ਨਹੀਂ ਆਇਆ। ਕਹਿਣ ਲੱਗਾ ਭਗਵਾਨ ਜੀ 100 ਜਨਮ ਤੱਕ ਮੇਰੀ ਨਿਗਾਹ ਜਾਂਦੀ ਹੈ। ਭਗਵਾਨ ਕ੍ਰਿਸ਼ਨ ਕਹਿਣ ਲੱਗੇ ਵੀ ਚੰਗਾ ਫਿਰ ਹੋਰ ਪਿੱਛੇ ਚੱਲ ਥੋੜਾ ਜਿਹਾ, ਚਲੋ ਅਵਤਾਰ ਕੋ ਤਾਕਤ ਹੁੰਦੀ ਹੈ, ਉਹਨੇ ਆਪਣੀ ਤਾਕਤ ਦਿੱਤੀ, ਪਿੱਛੇ ਹੋਰ ਗਿਆ
ਤਿਆਗ ਤੇ ਕੀਤਾ ਹੋਏ 105 ਜਨਮ ਤੇ 6 ਜਨਮ ਦਾ ਫਲ ਵੀ ਭੋਗਣਾ ਪਿਆ। ਦੁਖੀ ਪਿਆਰੋ ਅਸੀਂ ਆਪਣੇ ਕੀਤੇ ਕਰਮਾਂ ਅਨੁਸਾਰ ਇਹ ਲੱਗੀ ਹੋਈ ਸਾਡੇ ਅੰਸ਼ਕਰ ਨੂੰ, ਮਨ ਨੂੰ ਮੈਲ ਜਿਹੜੀ ਆ ਉਹ ਪਾਪਾਂ ਦਾ ਕਾਰਨ ਬਣਦੀ, ਦੁੱਖਾਂ ਦਾ। ਤੇ ਸਮਾਂ ਜ਼ਿਆਦਾ ਹੋ ਗਿਆ, ਪਾਤਸ਼ਾਹ ਕਿਰਪਾ ਕਰੇ ਇੱਥੇ ਤਾਂ ਆਪਾਂ ਸਮਾਪਤੀ ਕਰ ਦਿੰਦੇ ਹਾਂ। ਕੱਲ੍ਹ ਨੂੰ ਜੋ ਆਪਣੇ ਤੇ ਪਾਤਸ਼ਾਹ ਕਿਰਪਾ ਕਰੂਗਾ ਉਹ ਜੀ ਆਪਾਂ ਕੱਲ੍ਹ ਨੂੰ ਵਿਚਾਰ ਕਰ ਦੇਵਾਂਗੇ। ਆਓ ਹੁਣ ਆਪਾਂ ਪਿੰਡ ਦੀ ਸੁੱਖ ਸ਼ਾਂਤੀ ਵਾਸਤੇ, ਪਿੰਡ ਦੇ ਭਲੇ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ।